डॉक्टरी ज़्यादा औखी है या अदाकारी? अदाकारी. It requires a lot of patience, lot of sacrifice. ਤੁਹਾਡਾ ਨਾਮ ਬਹੁਤ ਪਿਆਰਾ ਰਹਿਮਤ ਕਿਸਨੇ ਰੱਖਿਆ ਸੀ? मम्मी डैडी ने 4 daughters ਨੂੰ raise करना. It takes a lot of courage. Salute to my mom. I don't know how it feels to receive such comments of only having a daughter. कितना बड़ा जिगरा होता है एक औरत का, you know, आप बिकॉज दैट वाज द टाइम व्हेन यू गेट मैरिड. आप थोड़ी ना आज की तरह लोग ऐसे चुटकियों में डाइवोर्स ले लेते हैं. बहुत बारी आपको चुप रहना पड़ता है, बहुत बारी ਤੁਹਾਨੂੰ यू नो अपने आप ਨੂੰ ਐਕਸਪ੍ਰੈਸ ਵੀ ਕਰਨਾ ਪੈਂਦਾ ਹੈ, which is very right. ਫੇਲੀਅਰਸ ਦੀ ਗੱਲ ਕਰ ਲਈ ਜਾਵੇ ਜਾਂ ਫਿਰ ਰਿਜੈਕਸ਼ਨਸ, ਤੁਹਾਨੂੰ ਲੱਗਦਾ ਹੈ ਇਹੀ ਦੋਨੋਂ ਚੀਜ਼ਾਂ ਇਨਸਾਨ ਨੂੰ ਕਾਮਯਾਬ ਬਣਾਉਂਦੀਆਂ ਨੇ? I want to say one thing, education is very important. ਸਿਸਟਰਸ ਦੇ ਨਾਲ ਅਜਿਹਾ ਬੌਂਡ ਹੈ ਕਿ ਲੱਗਿਆ ਹੀ ਨਹੀਂ ਕਿ ਬਾਹਰ ਜਾ ਕੇ ਦੋਸਤ ਬਣਾਵਾਂ. Oh my God, so true. मैंने बहुत जगह पे ये सीखा है, साइलेंस इज द बेस्ट आंसर टू एवरी सिंगल थिंग. ਬਿਲਕੁਲ. कि जे मैं किसी ਨੂੰ ਮਿਲਣ ਜਾ ਰਹੀ ਹਾਂ, ਮੈਂ ਉਹਦੇ ਨਾਲ 5 ਮਿੰਟ ਤੋਂ ਜ਼ਿਆਦਾ ਬੈਠਣਾ ਹੈ, ਨਹੀਂ ਬੈਠਣਾ ਹੈ, ਜਾਂ ਇਜ਼ ਦਿਸ ਅ ਸੇਫ ਪਲੇਸ ਫॉर मी. मैं पीपल प्लीजिंग नहीं हूँ. ਮੇਰੇ ਵਰਗੇ ਬਹੁਤ ਸਾਰੇ ਲੋਕ ਤਾਂ ਹੋਣਗੇ, ਜੇ ਮੈਂ ਹੀ ਹਾਰ ਮੰਨ ਗਈ ਫਿਰ ਉਹਨਾਂ ਨੂੰ ਕਦੋਂ ਹੌਸਲੇ ਮਿਲਣਗੇ? Exactly, so true. ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ. ਮੈਂ ਜਸਵਿੰਦਰ ਕੌਰ. ਮਾਂ ਜਾਏ ਫਿਲਮ ਆਉਣੀ ਹੈ 29 ਅਗਸਤ ਨੂੰ. ਮੈਂ ਇਹ ਮੰਨ ਨਹੀਂ ਸਕਦੀ ਕਿ ਤੁਸੀਂ ਸਾਰਿਆਂ ਨੇ ਉਹਦਾ ਟ੍ਰੇਲਰ ਨਹੀਂ ਵੇਖਿਆ ਹੋਵੇਗਾ. ਸੋ ਉਹਦੇ ਵਿੱਚ ਖੂਬਸੂਰਤ ਕਿਰਦਾਰ ਨਿਭਾਉਣ ਵਾਲੀ ਖੂਬਸੂਰਤ ਅਦਾਕਾਰਾ ਰਹਿਮਤ ਕੌਰ ਰਤਨ ਸਾਡੇ ਨਾਲ ਮੌਜੂਦ ਨੇ. ਉਹਨਾਂ ਦੀ ਪਰਸਨਲ ਲਾਈਫ ਦੀਆਂ ਕੁਝ ਗੱਲਾਂ ਬਹੁਤ ਐਕਸਾਈਟਡ ਕਰਦੀਆਂ ਨੇ. ਸੋ ਅੱਜ ਗੱਲਬਾਤ ਕਰਕੇ ਜਾਣਦੇ ਹਾਂ ਅਦਾਕਾਰੀ ਦੇ ਨਾਲ ਪਰਸਨਲ ਲਾਈਫ ਦੇ ਕੁਝ ਉਹ ਹਿੱਸੇ ਜੋ ਉਹਨਾਂ ਨੂੰ ਵੱਖਰਾ ਦਿਖਾਉਂਦੇ ਨੇ, ਉਹ ਕਿੰਨੇ ਕੁ ਅਹਿਮ ਹੁੰਦੇ ਆ. ਬਹੁਤ ਬਹੁਤ ਸਵਾਗਤ ਹੈ ਰਹਿਮਤ. थैंक यू जी. ਸਭ ਤੋਂ ਪਹਿਲਾਂ ਮੈਨੀ ਕੰਗ੍ਰੈਚੁਲੇਸ਼ਨਸ. ਲੰਬੇ ਸਮੇਂ ਬਾਅਦ ਕੋਈ ਚੀਜ਼ ਮਿਲੇ ਲੇਕਿਨ ਉਹ ਇੰਨੀ ਸੋਹਣੀ ਹੋਵੇ ਤਾਂ ਆਪਣੇ ਆਪ ਦੇ ਵਿੱਚ ਤਾਰੀਫ ਕਰਨੀ ਤੇ ਬਣਦੀ ਹੈ. ਉਹਦੇ 'ਚ ਤੁਹਾਨੂੰ ਐਫਰਟ ਨਹੀਂ ਲਗਾਉਣਾ ਪੈਂਦਾ, ਤੁਹਾਨੂੰ ਆਪਣੇ ਆਪ ਮਤਲਬ ਸਾਹਮਣੇ ਆਪਣੇ ਆਪ ਆ ਜਾਂਦਾ, ਬਿਕੋਜ਼ ਪੀਪਲ ਨੋ. ਯੂ ਡੋਂਟ ਹੈਵ ਟੂ ਐਕਸਪਲੇਨ them, prove them. ਤੁਸੀਂ ਇਸ ਚੀਜ਼ 'ਚ ਯਕੀਨ ਕਰਦੇ ਹੋ ਐਵਰੀਥਿੰਗ ਇਜ਼ ਰਿਟਨ? Yeah, I believe. ਹਮੇਸ਼ਾ ਤੋਂ? I do believe in, see, I believe in Almighty. ਪਰਮਾਤਮਾ ਹੈਗਾ ਹੀ ਹੈਗਾ. ਐਂਡ ਮੈਂ ਇਹ ਵੀ ਬਿਲੀਵ ਕਰਦੀ ਹਾਂ ਕਿ ਵਕਤ ਦੇ ਨਾਲ ਵੀ ਕੁਝ ਚੀਜ਼ਾਂ ਲਿਖੀਆਂ ਹੁੰਦੀਆਂ ਨੇ. ਜਿਹੜੇ ਵਕਤ ਤੇ ਤੁਹਾਨੂੰ ਕਿਹੜੀ ਸਫਰਿੰਗ ਤੋਂ ਗੁਜ਼ਰਨਾ ਪਏਗਾ, ਜਾਂ ਕਿਸ ਵਕਤ ਤੇ ਤੁਹਾਨੂੰ ਸਿਰਫ ਖੁਸ਼ੀਆਂ ਹੀ ਖੁਸ਼ੀਆਂ ਵੇਖਣ ਨੂੰ ਮਿਲਣਗੀਆਂ. ਸੋ ਆਈ ਡੂ ਬਿਲੀਵ ਇਨ ਯੂ ਨੋ the timings, the alignment, the you know the mishappenings, the sufferings. Yeah. ਬਿਲਕੁਲ. ਮੈਨੂੰ ਤੁਹਾਡੀ ਗੱਲ ਦੇ ਨਾਲ ਜ਼ਾਕਿਰ ਖਾਨ ਦੀ ਕਹੀ ਹੋਈ ਗੱਲ ਯਾਦ ਆ ਗਈ. ਉਹਨਾਂ ਨੇ ਕਿਹਾ ਕਿ ਆਪਣੇ ਹਿੱਸੇ ਦੀ ਜਿਹੜੀ ਇੱਜ਼ਤ ਔਰ ਬੇਇੱਜ਼ਤੀ ਹੈ ਉਹ ਸਾਨੂੰ ਹੰਢਾ ਕੇ ਹੀ ਜਾਣੀ ਪੈਂਦੀ ਹੈ. ਜੋ ਲੇਖਾ ਜੋਖਾ ਹੈਗਾ ਉਹ ਤੁਸੀਂ ਕਰਕੇ ਜਾਣਾ ਹੈ ਪੂਰਾ. ਡਾਕਟਰੀ ਜ਼ਿਆਦਾ ਔਖੀ ਹੈ ਜਾਂ ਅਦਾਕਾਰੀ? ਅਦਾਕਾਰੀ. ਸੀਰੀਅਸਲੀ? ਡਾਕਟਰੀ ਨਹੀਂ ਹੈਗੀ? ਸੀ ਉਹਦੇ 'ਚ ਕੀ ਹੈ, ਤੁਸੀਂ 5 ਸਾਲ ਦੇਤੇ, ਤੁਹਾਨੂੰ ਪਤਾ ਤੁਸੀਂ ਡਾਕਟਰ ਬਣਨਾ ਹੀ ਬਣਨਾ. ਤੁਸੀਂ 5 ਸਾਲ ਦਿਨ ਰਾਤ ਮਿਹਨਤ ਕੀਤੀ, ਤੁਸੀਂ ਪ੍ਰੈਕਟੀਕਲੀ ਪੇਸ਼ੈਂਟ ਅਟੈਂਡ ਕੀਤੇ, ਤੁਸੀਂ ਜੌਬ ਕੀਤੀ, ਤੁਸੀਂ ਬਣ ਗਏ ਡਾਕਟਰ ਨਾ. ਤੁਸੀਂ ਸਿੱਖ ਗਏ. ਵਿਦ ਡਿਫਰੈਂਟ ਪੇਸ਼ੈਂਟ ਯੂ ਗੈਟ ਡਿਫਰੈਂਟ ਐਕਸਪੀਰੀਅੰਸ. ਤੁਹਾਡਾ ਹੱਥ ਖੁੱਲ ਗਿਆ, ਤੁਹਾਡੀ ਨੌਲੇਜ ਵਾਸਟ ਹੋ ਗਈ, ਹੈ ਨਾ. ਉਹ ਤੁਹਾਨੂੰ ਪਤਾ ਕਿ ਤੁਸੀਂ ਬਣ ਗਏ. ਐਂਡ ਨਾਓ ਯੂ ਕੈਨ ਓਪਨ ਅਪ ਯੋਰ ਕਲੀਨਿਕ, ਯੂ ਕੈਨ ਗੈਟ ਅ ਗਵਰਨਮੈਂਟ ਜੌਬ, ਹੈ ਨਾ. ਤੁਸੀਂ ਆਪਣੀ ਜ਼ਿੰਦਗੀ ਦੇ ਆਪ ਮਾਲਿਕ ਹੋ. You can do whatever you want to do. ਉਹ ਤੁਹਾਡੇ ਹੱਥ 'ਚ ਹੈ, you know. This field, ਇਸ ਫੀਲਡ ਨੂੰ ਇਹ ਫੀਲਡ ਮੈਂ ਨਹੀਂ ਓਪਨ ਕੀਤੀ. This is a universal place where anyone can come from anywhere, anyone can join, anyone can become bigger, and people, you know, go through a certain phase. ਅਦਾਕਾਰੀ ਬਹੁਤ ਜ਼ਿਆਦਾ tough ਹੈ. Being an actor, you know, to work in this field, it requires a lot of patience, lot of sacrifice, and you have to maintain your self-respect, dignity, character at the same time while working in this field. And also then you have to stand out different from what all other people are doing. That's why you will be unique. So you need to have a sharp mind, you need to have a clarity, you need to have that right mindset, you know, of what you want to achieve in life and how you want to do it. What is your vision? ਤੁਸੀਂ ਲੋਕਾਂ ਨੂੰ ਕਿੱਦਾਂ ਦੇਖਦੇ ਹੋ, ਤੁਹਾਡੀ ਸੋਚ ਕੀ ਹੈ. ਔਰ ਬਹੁਤ ਲੋਕੀ ਇਹ ਵੀ ਕਹਿੰਦੇ ਨੇ ਕਿ ਤੁਸੀਂ ਜਦੋਂ ਇਸ ਫੀਲਡ 'ਚ ਆਉਂਦੇ ਹੋ ਤੁਸੀਂ ਬਦਲ ਜਾਂਦੇ ਹੋ, ਯੂ ਨੋ.
ਉਹ ਬਦਲਾਵ ਤੁਹਾਡੀ ਜਿੱਦਾਂ ਦੇ ਤੁਸੀਂ ਹੋ ਨਾ, ਜਿੱਦਾਂ ਦਾ ਤੁਹਾਡਾ ਨੇਚਰ ਪਾਲਣ ਬਚਪਨ ਤੋਂ ਰਿਹਾ, ਤੁਸੀਂ ਐਜ਼ ਅ ਇਨਸਾਨ ਨਹੀਂ ਬਦਲਦੇ। ਬਿਲਕੁਲ, ਸੰਸਕਾਰ ਤੁਹਾਡੇ ਕਦੇ ਨਹੀਂ ਬਦਲੇ, ਮੇਰੇ ਅੱਜ ਤੱਕ ਨਹੀਂ ਬਦਲੇ। ਮੈਨੂੰ ਬਹੁਤ ਲੋਕਾਂ ਨੇ ਕਿਹਾ ਹੈ ਬਹੁਤ ਵਾਰੀ ਕਿ ਯਾਰ ਯੂ ਹੈਵਨਟ ਚੇਂਜਡ, ਬਹੁਤ ਵਾਰੀ ਮੈਨੂੰ ਕਿਹਾ, ਕਿੰਨੇ ਲੋਕਾਂ ਨੇ ਮੈਨੂੰ ਇਹ ਵੀ ਕਿਹਾ ਕਿ ਯੂ ਸ਼ੁੱਡ ਚੇਂਜ, ਯੂ ਮਾਈਟ ਨਾਟ ਬੀ ਅ ਰਾਈਟ ਫਿਟ, ਮਤਲਬ ਜਿੱਦਾਂ ਦੇ ਤੁਸੀਂ ਇਨਸਾਨ ਹੋ, ਚੰਗਾ ਹੀ ਹਮੇਸ਼ਾ ਸਾਰਿਆਂ ਨੇ ਕਿਹਾ ਯਾਰ ਯੂ ਆਰ ਸੋ ਸੈਂਸਿਟਿਵ, ਤੂੰ ਬਹੁਤ ਚੰਗੀ ਹੈ, ਤੂੰ ਚੰਗੇ ਘਰ ਤੋਂ ਹੈ, ਯੂ ਆਰ ਸੋ ਸੌਫਟ ਸਪੋਕਨ, ਪੜ੍ਹੀ ਲਿਖੀ ਹੈ, ਔਰ ਇੰਡਸਟਰੀ ਇਹੋ ਜਿਹੇ ਲੋਕਾਂ ਲਈ ਨਹੀਂ ਬਣੀ। ਬਟ ਦੈਨ ਸਟੈਂਡ ਆਊਟ ਡਿਫਰੈਂਟ ਨਾਓ, ਮੇਕ ਇਟ ਅਪ ਫॉर योरसेल्फ। ਬਿਲਕੁਲ, ਇਹ ਤੇ ਕੋਈ ਦੂਸਰਾ ਤੁਹਾਨੂੰ ਨਹੀਂ ਦੱਸ ਸਕਦਾ ਕਿ ਤੁਹਾਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਨਹੀਂ। ਤੁਸੀਂ ਇਸ ਟਾਈਮ ਕਿਸੇ ਇਮੋਸ਼ਨ ਦੇ ਵਿੱਚ ਹੋ, ਮੈਂ ਉਸ ਇਮੋਸ਼ਨ ਨੂੰ ਸਮਝਦੀ ਹਾਂ, ਸੋ ਮੈਂ ਨਹੀਂ ਚਾਹੁੰਦੀ ਤੁਸੀਂ ਉਹਦੇ ਵਿੱਚ ਹੀ ਬਹਿ ਜਾਓ। ਫਾਦਰ ਦੇ ਜ਼ਿਆਦਾ ਕਲੋਜ਼ ਹੋ ਜਾਂ ਮਦਰ ਦੇ? मैं पूरे परिवार ਦੇ ਬਹੁਤ ਜ਼ਿਆਦਾ ਕਲੋਜ਼ ਹਾਂ, ਬਹੁਤ। ਮੈਂ ਫੈਮਿਲੀ ਓਰੀਐਂਟਡ ਬਹੁਤ ਜ਼ਿਆਦਾ। ਮੇਰੇ ਲਈ ਮੇਰਾ ਪਰਿਵਾਰ ਸਭ ਕੁਝ ਹੈ। ਮੇਰੇ ਮਾਪਿਓ ਜੀ ਰਹੇ ਨੇ, ਚੰਗੀ ਸਿਹਤ ਦੇ ਵਿੱਚ ਨੇ, ਦੈਟਸ ਮਾਈ ਬਿਗੇਸਟ ਬਲੈਸਿੰਗ। ਜਦੋਂ ਮੈਂ ਪ੍ਰੈਸ ਕਾਨਫਰੰਸ 'ਤੇ ਤੁਹਾਨੂੰ ਦੇਖਿਆ, ਇੱਕ ਸਾੜੀ ਪਾ ਕੇ ਆਈ ਹੋਈ ਕੁੜੀ, ਉਹਦੀ ਲੁੱਕ ਇਹ ਪ੍ਰੈਜ਼ੈਂਟ ਕਰ ਰਹੀ ਸੀ ਕਿ ਉਹ ਵਾਕਈ ਡੈਫੀਨੇਟਲੀ ਜੋ ਐਜੂਕੇਸ਼ਨ ਦੀ ਇੱਕ ਝਲਕ ਹੈ ਉਹ ਇੱਦਾਂ ਹੀ ਕਿਸੇ ਦੇ ਫੇਸ ਤੋਂ ਨਹੀਂ ਝਲਕਦੀ ਹੁੰਦੀ। ਲੱਖ ਲੋਕੀ ਕਹਿ ਦੇਣ ਕਿ ਬਹੁਤਾ ਪੜ੍ਹਨ ਨਾਲ ਕੁਛ ਨਹੀਂ ਹੁੰਦਾ, ਲੇਕਿਨ ਜਿਨ੍ਹਾਂ ਨੇ ਪੜ੍ਹਿਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਕਿ ਪੜ੍ਹਨ ਨਾਲ ਕੀ ਹੁੰਦਾ ਜ਼ਿੰਦਗੀ 'ਚ। ਸੋ ਉਹ ਤੁਹਾਡੀ ਇਨਰ ਪਰਸਨੈਲਿਟੀ ਉਸ ਟਾਈਮ ਤੁਹਾਡੇ ਕਰੈਕਟਰ ਦੇ ਸ਼ੇਡ 'ਤੇ ਬਾਰੀ ਨਜ਼ਰ ਆ ਰਹੀ ਸੀ। ਰਹਿਮਤ, ਐਜ਼ ਐਨ ਐਕਟਰੈਸ, ਤੁਸੀਂ ਕਿਹਾ ਕਿ ਮੇਰੇ ਲਈ ਇਹ ਫੀਲਡ ਇੰਨੀ ਆਸਾਨ ਨਹੀਂ ਹੈ ਬਿਕੋਜ਼ ਮੈਂ ਆਪਣੇ ਆਪ ਨੂੰ ਨਹੀਂ ਬਦਲ ਸਕਦੀ। ਸੋ ਇੰਟਰੋਵਰਟਡ ਲੋਕਾਂ ਲਈ ਬੇਸ਼ੱਕ ਕੁਝ ਚੀਜ਼ਾਂ ਟਫ ਹੁੰਦੀਆਂ, ਬਟ ਉਹਨਾਂ ਦੇ ਨਾਲ ਫਾਈਟ ਕਰਦੇ ਜਾਣਾ, ਵਿਨ ਕਰਦੇ ਜਾਣਾ, ਤਾਂ ਸੋਚਦੇ ਹੋ ਕਿ ਮੇਰੇ ਵਰਗੇ ਬਹੁਤ ਸਾਰੇ ਲੋਕ ਤਾਂ ਹੋਣਗੇ, ਜੇ ਮੈਂ ਹੀ ਹਾਰ ਮੰਨ ਗਈ ਫਿਰ ਉਹਨਾਂ ਨੂੰ ਕਦੋਂ ਹੌਸਲੇ ਮਿਲਣਗੇ? ਐਗਜ਼ੈਕਟਲੀ, ਸੋ ਟਰੂ। ਬਹੁਤ ਓਨੈਸਟ ਗੱਲ ਤੁਸੀਂ ਕਹੀ। ਮੈਂ ਬਹੁਤ ਕੁਝ ਸਿੱਖਿਆ ਇਸ ਫੀਲਡ 'ਚ, while being in this journey. And this is a journey you have choose which is never going to end. मैं वही गाल कही ना कि तुसी एक डिग्री आपको लेनी होती है तो आप पढ़ते हुए कोर्स खत्म हो गया, आप बन गए वो, आपको पता है। फिर आपकी जंग होती है कि आपको अच्छे पैसे कमाने हैं, बस आपका नाम चलना चाहिए, इस फील्ड में ऐसा नहीं है। इस फील्ड में आपको सर्टनली टाइम बाय टाइम यू हैव टू शो अप, बिल्कुल, कि आप हो। प्लीज मुझे देखो, मैं हूँ, मेरी ओर भी देखो, मैं भी हूँ, मैं भी कोई हूँ। मेरे अंदर भी बहुत सारे किरदार हैं जिन्हें आप आगे लेकर आ सकते हो। दूसरी बात है, मैंने वही कहा कि इंसान संस्कार कभी नहीं बदलते। चाहे मैं बॉम्बे में रह लूँ, अगर मुझे क्लब का एटमॉस्फेयर, बार का एटमॉस्फेयर नहीं पसंद, चाहे मैं यूएस से चली जाऊँ, चाहे मैं कहीं भी चली जाऊँ, मैं नहीं जाऊँगी। मुझे लाउड म्यूजिक नहीं पसंद तो मैं नहीं जाऊँगी। वो चीज़ आपकी नहीं बदलती है। लोग कहते हैं कि आप उस एटमॉस्फेयर में चले गए, बॉम्बे चले गए, वहाँ पे ये क्या है, ये गलत है यार। जिनको नहीं, जो नहीं है, जिनकी वो प्रेफरेंसेस नहीं है, सबकी चॉइसेस होती हैं, वो आप अपनी चॉइसेस, अपना दायरा मेंटेन रखते हो। और बीइंग अ गर्ल, हम इतने पढ़े लिखे होते हैं, सानू पता होंदा है कि जे मैं किसी नू मिलन जा रही हाँ, मैं ਉਹਦੇ ਨਾਲ 5 ਮਿੰਟ ਤੋਂ ਜ਼ਿਆਦਾ ਬੈਠਣਾ ਹੈ, ਨਹੀਂ ਬੈਠਣਾ ਹੈ, ਜਾਂ ਇਜ਼ ਦਿਸ ਅ ਸੇਫ ਪਲੇਸ ਫॉर ਮੀ, ਔਰ ਵੈਦਰ ਮੈਂ ਉਸ ਇਨਸਾਨ ਨੂੰ ਦੁਬਾਰਾ ਮਿਲਣਾ ਚਾਹਾਂਗੀ ਕਿ ਨਹੀਂ, ਉਹ ਤੁਹਾਨੂੰ ਪਹਿਲੀ ਮੀਟਿੰਗ ਤੋਂ ਬਾਅਦ ਪਤਾ ਲੱਗ ਜਾਂਦਾ ਹੈ। ਸੋ ਦੈਨ ਵਾਈ ਆਰ ਯੂ ਵੇਸਟਿੰਗ ਯੂਰ ਟਾਈਮ? ਆਲਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕਦੋਂ ਇਸ ਟੇਬਲ ਤੋਂ ਹਟਣਾ ਹੈ, ਕਦੋਂ ਮੈਂ ਸ਼ੋ ਅਪ ਕਰਨਾ ਹੈ। ਸੋ ਯੂ ਨੋ, ਐਂਡ ਇਨਸਾਨ ਸੰਸਕਾਰ ਤੁਹਾਡੇ ਨਹੀਂ ਬਦਲਦੇ, ਬਟ ਤੁਹਾਡੇ ਅੰਦਰ ਬਦਲਾਵ ਬਹੁਤ ਆਉਂਦਾ ਹੈ। ਉਹ ਬਦਲਾਵ ਪੋਜ਼ਿਟਿਵ ਹੀ ਹੁੰਦਾ ਹੈ, ਇਟ ਇਜ਼ ਨੈਵਰ ਨੈਗੇਟਿਵ। ਪੋਜ਼ਿਟਿਵ ਇਸ ਲਈ ਹੁੰਦਾ ਕਿਉਂਕਿ ਤੁਸੀਂ ਆਪਣੇ, ਜਿਹੜੀ ਉਹ ਜੰਗ ਹੁੰਦੀ ਹੈ ਨਾ ਤੁਹਾਡੀ, ਉਹ ਆਪਣੇ ਨਾਲ ਹੈ। ਇਫ ਆਈ ਐਮ ਵਰਕਿੰਗ ਇਨ ਦਿਸ ਇੰਡਸਟਰੀ, ਆਈ ਐਮ ਡੂਇੰਗ ਦਿਸ ਫਿਲਮ, ਆਈ ਐਮ ਨੋਟ ਹੇਅਰ ਟੂ ਪ੍ਰੂਵ ਐਨੀਵਨ। ਮੈਂ ਸਿਨੇਮਾ ਲਈ ਕੰਟਰੀਬਿਊਟ ਕਰ ਰਹੀ ਹਾਂ, ਪਰ ਮੈਂ ਤੁਹਾਨੂੰ ਸਾਰਿਆਂ ਨੂੰ खुश करने लिए नहीं ਇੱਥੇ आई। यू गेटिंग माई पॉइंट? आप हर किसी को प्लीज नहीं कर सकते। मैं आपको प्लीज करने नहीं आई हूँ, मैं अपने आप को आपके सामने लेके आई हूँ कि आप मुझे देखो, मैं कैसे काम कैसे किरदार, किस ऑनेस्टी के साथ मैं सिनेमा को क्या कंट्रीब्यूट कर सकती हूँ। मैं पीपल प्लीजिंग नहीं हूँ। और वो जो जंग है मेरी, वो पर्सनल इन द सेंस है कि क्योंकि पेशेंस इतनी आ जाती है ना आप में, आपकी क्षमता इतनी बढ़ जाती है कि आप बहुत स्थिरता, आप
आपको होता है अच्छा ये हो रहा है, आप इग्नोर करने लग जाते हो, यू डोंट नीड टू एक्सप्लेन योरसेल्फ एनी टाइम। सो बदलाव बहुत ਜ਼ਿਆਦਾ आता है अंदर, बट वो पॉजिटिव ही होता है। ਜਿਨ੍ਹਾਂ ਨੇ ਜ਼ਿੰਦਗੀ 'ਚ ਸਟਰਗਲ ਕੀਤਾ ਹੁੰਦਾ ਹੈ, ਕਹਾਣੀਆਂ ਵੀ ਦੱਸਣ ਲਈ ਉਹਨਾਂ ਕੋਲ ਹੀ ਹੁੰਦੀਆਂ, ਇਸ ਲਈ ਉਹ ਬੋਲਦੇ ਹੈ। ਆਈ ਕੈਨ ਅੰਡਰਸਟੈਂਡ ਯੂ। ਤੁਹਾਡਾ ਨਾਮ ਬਹੁਤ ਪਿਆਰਾ ਰਹਿਮਤ ਕਿਸਨੇ ਰੱਖਿਆ ਸੀ? ਮੰਮੀ ਡੈਡੀ ਨੇ। ਮੰਮੀ ਡੈਡੀ ਨੇ? ਸਾਡੇ ਨਾਂ ਇਦਾਂ ਹੀ ਨੇ, ਅਸੀਂ 4 ਭੈਣਾਂ। ਸੋ ਵੱਡੀ ਸਿਸਟਰ ਦਾ ਨਾਂ ਚਾਂਦਨੀ, ਦੈਨ ਰੋਸ਼ਨੀ, ਦੈਨ ਰਹਿਮਤ ਤੇ ਬਰਕਤ। ਬ੍ਰਦਰ ਨਹੀਂ ਹੈ ਤੁਹਾਡਾ ਕੋਈ? ਅਕਸਰ ਇਹ ਕਿਹਾ ਜਾਂਦਾ ਹੈ ਕਿ ਮਾਂ-ਬਾਪ ਬੜੇ ਖੁਸ਼ਕਿਸਮਤ ਹੁੰਦੇ ਆ, ਕਿਹਾ ਜਾਂਦਾ ਹੈ ਘਰ ਦੇ ਵਿੱਚ ਧੀ ਜ਼ਰੂਰ ਹੁੰਦੀ ਹੈ, ਲੇਕਿਨ ਕਦੀ-ਕਦੀ ਲੋਕ ਤੁਹਾਨੂੰ ਇਹ ਰਿਅਲਾਈਜ਼ ਕਰਾਉਣਾ ਸ਼ੁਰੂ ਕਰ ਦਿੰਦੇ ਆ, ਨਹੀਂ ਇਦਾਂ ਨਹੀਂ ਕੁਝ ਵੀ। ਕਦੀ ਪੇਰੈਂਟਸ ਨੇ ਇਸ ਚੀਜ਼ ਦਾ ਅਹਿਸਾਸ ਹੋਣ ਦਿੱਤਾ, ਜਾਂ ਤੁਸੀਂ ਕਦੀ ਮੁੰਡਾ ਬਣਨ ਦੀ ਕੋਸ਼ਿਸ਼ ਕੀਤੀ? ਨੈਵਰ। ਅਸੀਂ ਕਦੇ ਮੁੰਡਾ ਬਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅਸੀਂ ਕੁੜੀਆਂ ਬਣ ਕੇ ਇੰਨੇ ਕਾਬਿਲ ਆ। ਯੂ ਨੋ ਵਾਟ ਇਜ਼ ਦਿਸ ਇਜ਼ ਜਸਟ ਅ ਜੈਂਡਰ, ਯੂ ਨੋ। ਐਂਡ ਬਟ ਯਾ ਮਾਈ ਮਮ, she has faced, see मेरे अजे बच्चे नहीं हुए अगे I am not married yet, so I don't know how it feels to receive such comments of only having a daughter, but my mom, she has done a lot of sacrifice for us by raising us, you know, 4 daughters nu raise karna, it takes a lot of courage. Salute to my mom, and we have always you know told our mom, हमने मम्मा को हमेशा, हम चारों बहनें हमेशा you know आपस में जब बात करते होते हैं हम हमेशा ये कहते हैं यार हमारी मम्मा ने लाइफ में कितना सहा, मतलब व्हाट अ लेडी शी इज, यू नो, कितना सैक्रिफाइस लगता है। हम में तो पेशेंस ही नहीं आज की हम लोगों में। इंस्पिरेशन मदर ने, मेरी मदर, इतना पेशेंस है मेरी मम्मा में यार, इतना पेशेंस है। मैंने वो मतलब हम मम्मी में देखते थे ना, हम कहते थे यार कितना बड़ा जिगरा होता है एक औरत का, यू नो। आप बिकॉज दैट वाज द टाइम व्हेन यू गेट मैरिड, आप थोड़ी ना आज की तरह लोग ऐसे चुटकियों में डाइवोर्स ले लेते हैं, सब कुछ कर लेते हैं। वो क्यों करते हैं? क्योंकि पेशेंस कहीं ना कहीं खत्म हो गई है लोगों में। पीपल टेक थिंग्स फॉर ग्रांटेड, दे फील लाइक ओके मैं उन्हें ब्याह कर लिया, इट्स नॉट वर्किंग आउट, it's so easy to take a divorce and then get separated, but it's not like that. You need, what is this माजाए? Sacrifice, रिश्ते निभाना, sacrifice, प्यार, आपको बहुत sacrifice देने पड़ते हैं। बहुत बारी आपको चुप रहना पड़ता है, बहुत बारी तो you know अपने आप ਨੂੰ express भी करना पैंदा है, which is very right. So my biggest inspiration is my mom, और I think ਫੇਲੀਅਰਸ ਦੀ ਗੱਲ ਕਰ ਲਈ ਜਾਵੇ ਜਾਂ ਫਿਰ ਰਿਜੈਕਸ਼ਨਸ, ਤੁਹਾਨੂੰ ਲੱਗਦਾ ਹੈ ਇਹੀ ਦੋਨੋਂ ਚੀਜ਼ਾਂ ਇਨਸਾਨ ਨੂੰ ਕਾਮਯਾਬ ਬਣਾਉਂਦੀਆਂ ਨੇ? या फेलियर ज़्यादा, फेलियर्स, आपके सिचुएशंस जो आप लाइफ में फेस करते हो, कॉन्सिक्वेंसेस, यू नो, इंसल्ट जो आप कहीं ना कहीं आपने महसूस की होती है, विच इज़ वेरी हिडन, जो ऐसे बोली हुई इंसल्ट नहीं होती है, वो आपको बिना बोले हुए भी कोई महसूस करा के जा सकता है। आप समझ रहे हो? दैट इंसल्ट इज अ डिफरेंट इंसल्ट वेयर यू फेल्ट इट, बट यू ऑल्सो कांट प्रूव इट दैट समवन डिड दैट टू यू। सो वो क्या होती है, वो आपके अंदर इतना मन में डालती जाती है कि आप इवेंचुअली यू नो, सो यू कैरी सो मच, एंड touch wood I have never faced when I entered into this industry. I want to say one thing, education is very important. Being educated, it's a big blessing. आपको लाइफ में कुछ भी करना है, आपको इंडस्ट्री में जाना है, शोबिज में जाना है, कुछ भी बनना है यार, बट एजुकेशन is so important. मैं हमेशा कहती हूँ every youngster should just focus on their studies first and get into activities. यार लोग बहुत काबिल तारीफ काम करते हैं बचपन से ही, उनको ज़रूरत नहीं पड़ती, बट एजुकेशन इज़ वेरी इंपॉर्टेंट। वो आपको कहीं ना कहीं स्टैंड आउट कराती है, अलग स्टैंड आउट कराती है। और लाखों लोग भी इस रूम में होंगे ना, अगर आप यू नो यू आर एजुकेटेड, यू विल स्टैंड आउट, बिकॉज एजुकेशन इज़ नॉट अबाउट ओनली हैविंग अ डिग्री. It's about, you know, it teaches you ethics, morals, how to stand out in society, how to react to things, how to speak out. और ethics, morals in the sense आप इज्जत भी कैसे लोगों को देते हो, वो भी होता है। वो बहुत कम लोगों को आता है, दूसरे को इज्जत और मान सम्मान देना। So वो लोग जो देते हैं वो एजुकेटेड लोग ही देते हैं। ਸਿਸਟਰਸ ਦੇ ਨਾਲ ਅਜਿਹਾ ਬੌਂਡ ਹੈ ਕਿ ਲੱਗਿਆ ਹੀ ਨਹੀਂ ਕਿ ਬਾਹਰ ਜਾ ਕੇ ਦੋਸਤ ਬਣਾਵਾਂ? Oh my God, so true. I have like amazing sisters. मेरे दोस्त नहीं हैं. I'm such an isolated person. Everybody knows it. आपके कमेंट सेक्शन में आएगा भी नहीं कि यार मैं इसका दोस्त हूँ। मैंने दोस्त नहीं बनाए, मुझे ज़रूरत ही नहीं पड़ी। मैं बॉम्बे भी अकेले रहती हूँ, मम्मी आते हैं, सिस्टर आती है विंटर्स में जब कश्मीर में बर्फ़ पड़ती है, दे स्टे विद मी।
मेरी रूटीन पता है क्या, मैं सुबह जिम जाऊंगी, अपना वर्कआउट करूंगी, अपना खाना भी खुद बनाऊंगी, मैंने मेड भी नहीं रखी हुई, अपने सारे काम खुद करने, क्राफ्ट पे काम करना, ऑडिशंस दिए, मीटिंग्स की, बुक्स पढ़ी, क्लीनिंग, घर की झाड़ू पोछा सब मैं खुद करती हूँ। और मुझे बहुत लोग बोलते थे कि यार तुम बोर नहीं होती बॉम्बे जैसे शहर में रह के, घर में अकेले रहते हो। मैं कहती हूँ यार मैं अपने आप में इतनी बिजी, मुझे बोर क्या होना है। दोस्त बनाओ, होने चाहिए दोस्त, बट मंडीर इकट्ठी करना इज़ नॉट समथिंग फॉर विच आई शुड बी प्राउड ऑफ। कम लोग रखो जिंदगी में, बट वो इतने अच्छे लोग रखो कि ਜਦੋਂ ਤੁਹਾਡੇ ਤੇ ਕੋਈ ਮੁਸੀਬਤ ਆਵੇ ਜਾਂ ਜਦੋਂ ਤੁਹਾਨੂੰ ਕੋਈ ਸਲਾਹ ਚਾਹੀਦੀ ਹੋਵੇ ਤੇ ਉਹ ਲੋਕੀ ਤੁਹਾਨੂੰ ਪਤਾ ਹੋਵੇ ਕਿ ਦੇ ਵਿਲ ਗਾਈਡ ਯੂ ਰਾਈਟ ਐਂਡ ਉਹ ਤੁਹਾਡੇ ਨਾਲ ਹੋਣਗੇ। ਰਹਿਮਤ, ਇਸ ਆਨਸਰ ਤੋਂ ਪਹਿਲਾਂ ਨਾ ਇੱਕ ਤੁਸੀਂ ਗੱਲਬਾਤ ਕਰ ਰਹੇ ਸੀਗੇ ਤਾਂ ਮੈਂ ਉਦੋਂ ਇੱਕ ਸਵਾਲ ਮੇਰੇ ਮਨ ਦੇ ਵਿੱਚ ਆਇਆ। ਕਦੀ ਕਦੀ ਲਾਈਫ ਦੇ ਵਿੱਚ ਅਸੀਂ ਗਲਤੀ ਕਰਦੇ ਹਾਂ, ਅਸੀਂ ਸਾਰੇ ਹਿਊਮਨ ਬੀਇੰਗ ਆ, ਅਸੀਂ ਉਸ ਗਲਤੀ ਨੂੰ ਐਕਸੈਪਟ ਕਰਕੇ ਅੱਗੇ ਚਲੇ ਜਾਂਦੇ ਹਾਂ। ਜਿੱਦਾਂ ਤੁਸੀਂ ਕਿਹਾ ਕਿ ਲੋਕ ਤੁਹਾਨੂੰ ਰਿਅਲਾਈਜ਼ ਕਰਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਆਪਣੇ ਆਪ ਦੇ ਵਿੱਚ ਕੁਝ ਅਜਿਹਾ ਫੀਲ ਕਰੋ ਕਿ ਪਤਾ ਨਹੀਂ ਕੀ ਹੋ ਗਿਆ, ਅਸੀਂ ਐਕਸੈਪਟ ਕਰਕੇ ਉਹਨੂੰ ਮੂਵ ਔਨ ਕਰ ਜਾਂਦੇ ਹਾਂ। ਸੋ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਤੁਸੀਂ ਕਦੇ ਫਸੇ ਹੋ ਤਾਂ ਕਿੱਦਾਂ ਮੂਵ ਔਨ ਕਰਕੇ ਉਹਨੂੰ ਅੱਗੇ ਲੈ ਕੇ ਆਏ? ਕਿਉਂਕਿ ਐਜ਼ ਐਨ ਗਰਲ ਆਈ ਕੈਨ ਅੰਡਰਸਟੈਂਡ, ਕਿਉਂਕਿ ਮੈਂ ਬਹੁਤ ਯੰਗਸਟਰਸ ਤੇ ਆਪਣੀ ਉਮਰ ਹੰਢਾ ਚੁੱਕੇ ਉਹਨਾਂ ਫੀਮੇਲਸ ਦੇ ਇੰਟਰਵਿਊ ਕਰ ਚੁੱਕੇ ਹਾਂ ਜਿਹੜੇ ਕਹਿੰਦੇ ਹੈ ਕਿ ਅਸੀਂ ਇਹ ਮੰਨਣ ਲਈ ਤਿਆਰ ਨਹੀਂ ਹਾਂ ਕਿ ਇੱਕ ਔਰਤ ਜਿਹਨੇ ਘਰੋਂ ਬਾਹਰ ਪੈਰ ਪਾਇਆ ਉਹਦੇ ਲਈ ਹੈ ਜਿਹੜੀਆਂ ਮੁਸ਼ਕਿਲਾਂ ਉਹ ਮਰਦਾਂ ਨਾਲੋਂ ਘੱਟ ਹੁੰਦੀਆਂ। ਇਹ ਕਦੀ ਮੈਂ ਕਿਸੇ ਤੋਂ ਨਹੀਂ ਸੁਣਿਆ। ਸੀ ਇਟਸ ਆਲ ਹੇਅਰ, ਇਟਸ ਆਲ ਹੇਅਰ। ਤੁਹਾਡਾ ਮਾਈਂਡ ਤੁਹਾਡੇ ਦਿਲ ਤੋਂ ਜ਼ਿਆਦਾ ਸਟਰੋਂਗ ਹੋਣਾ ਚਾਹੀਦਾ ਔਰ ਤੁਹਾਡਾ ਲਕਸ਼, ਤੁਹਾਡਾ ਗੋਲ। आप मेरे एक नोन है, बहुत अच्छे एक अंकल हैं बॉम्बे में, फैमिली जिनके साथ मैं बहुत क्लोज हूँ, वो भी मुझे वही कहते थे कि घोड़े को देखा है उसके लगा होता है आइस के पास, बिल्कुल देखा है आपने वो क्यों लगा होता है कि जब वो दौड़ रहा है ना उसका इधर उधर फोकस ना जाए। बिल्कुल। सो जब आपको पता है ना आपका लक्ष्य है, आपको जीतना है, तो आप वो बन जाओ बस, यू नो। एंड आसपास जो भी आ रहा है, जो कुछ भी हो रहा है ना, it's a part of your journey, but it's not your destination. आपकी clarity, आपका focus destination ही था. These things will come. How I have dealt with this is that I do cry, I do take out my emotions. We all are humans. और मैं इसको बहुत खूबसूरत मानती हूँ जब आप रोते हो, आप अपने आप को एक्सप्रेस करते हो. It's a very beautiful thing. Very less people can show it, very less people can do it, but it's an honesty to your own self. Because you are venting out and you are happy venting out. Now this is a beautiful thing. Very less people can understand. It's not about a weakness. It's about being vulnerable. Acting is also vulnerable. बिल्कुल. So मैंने हमेशा जब भी मुझे कुछ ऐसे circumstances लगे हैं जहाँ पे मुझे ऐसा लग रहा है कि maybe I'm not enough for this, or maybe someone is trying to make me feel who I'm not, या someone doesn't know about my capabilities, I'm an overthinker. I'm a big overthinker. मैं बहुत सोचती हूँ, बट ये जब ऐसे circumstances होते हैं जब मैं उस टाइम भी मैं सोचती हूँ, बट फिर मुझे दिमाग में यही आता है कि यार मैं ये करने थोड़ी आई हूँ, मुझे करना है, मैं जो करना है मुझे वो करना है, एंड मैं जैसी हूँ मैं अपने आप को नहीं बदलना चाहती. और मैंने बहुत जगह पे ये सीखा है, साइलेंस इज़ द बेस्ट आंसर टू एवरी सिंगल थिंग. बिल्कुल. आप हर जगह आर्ग्यूमेंट, हर जगह आप लड़ो, लोगों को समझाओ, क्यों यार? यू डोंट नीड टू डू दैट. आपको पता ना आप अच्छे हो, आपको पता ना आपने किसी का बुरा नहीं किया. You don't owe someone any explanation or anything. So whenever you feel that somebody is trying to make you feel low or is targeting you for something, I think at that time you should love yourself more than you have ever did. That's how you will overcome that. ਅਖੀਰ ਦੇ ਵਿੱਚ ਮਾਂ ਜਾਏ ਨੂੰ ਤੁਸੀਂ ਕਿੱਦਾਂ ਡਿਸਕ੍ਰਾਈਬ ਕਰਕੇ ਕਹਿ ਸਕਦੇ ਹੋ ਮੇਰੇ ਤੋਂ ਜ਼ਿਆਦਾ ਬੈਟਰ, ਪਲੀਜ਼? ਮਾਂ ਜਾਏ, it's an emotion again. It's a beautiful emotion. It's not a film. It's not for any entertainment purpose. It's just a story to come across everyone's mind and connect with your soul, to realize, make you realize, ਤੁਹਾਨੂੰ ਇਹ realization ਦਿਲਾਣਾ ਕਿ ਥੋੜਾ ਜਿਹਾ ਅਸੀਂ ਭੱਜ ਦੌੜ ਤੋਂ ਸਾਨੂੰ ਕਿਤੇ ਨਾ ਕਿਤੇ ਠਹਿਰ ਜਾਣਾ ਚਾਹੀਦਾ ਹੈ ਤੇ ਆਪਣੇ ਪਰਿਵਾਰ ਬਾਰੇ ਜ਼ਰੂਰ ਸੋਚਣਾ ਚਾਹੀਦਾ, ਜੋ ਅਸੀਂ ਕਿਤੇ ਨਾ ਕਿਤੇ ਭੱਜ ਦੌੜ ਦੇ ਵਿੱਚ ਭੁੱਲ ਜਾਂਦੇ ਹਾਂ. ਔਰ ਅਸੀਂ ਭੁੱਲ ਜਾਂਦੇ ਹਾਂ ਕਾਲ ਕਰਨਾ ਮਦਰ ਨੂੰ, ਭਰਾਵਾਂ ਨੂੰ. ਦੂਜੀ ਗੱਲ ਇਹ, ਮਾਂ ਜਾਏ ਵਿਲ ਆਲਸੋ
teach you and bring out the sacrifices the families have gone through. ਜਦੋਂ 1984 ਦੀ ਗੱਲ ਕਰ ਲਈਏ, 9/11 ਕੇਸ, ਸਾਡੀ ਸਿੱਖ ਕੌਮ ਨੇ ਜਦੋਂ ਇੰਨੇ ਸੈਕਰੀਫਾਈਸਿਸ ਉਹ ਪਰਿਵਾਰਾਂ ਨੇ ਕੀ ਬੀਤੀ ਹੋਏਗੀ ਉਹਨਾਂ ਤੇ, ਹਾਊ ਦੇ ਮਾਈਟ ਹੈਵ ਡੈਲਟ ਵਿਦ। ਇੱਦਾਂ ਦੀਆਂ ਫਿਲਮਾਂ ਬਹੁਤ ਬਣੀਆਂ ਨੇ ਪਹਿਲਾਂ ਵੀ, ਟੂ ਬੀ ਵੈਰੀ ਟਰੂ, ਯੂ ਮਾਈਟ ਹੈਵ ਕਮ ਅਕ੍ਰੋਸ ਦੈਟ ਇਮੋਸ਼ਨ, ਬਟ ਦਿਸ ਫਿਲਮ ਇਟਸ ਨਾਟ ਓਨਲੀ ਅਬਾਊਟ ਦੈਟ, ਦੇਰ ਇਜ਼ ਸੋ ਮਚ ਟੂ ਲੁੱਕ ਆਫਟਰ। ਬਸ ਇੰਨਾ ਹੀ ਕਹਾਂਗੀ, ਤੁਸੀਂ 29 ਅਗਸਤ ਨੂੰ ਜਾਓ, ਜ਼ਰੂਰ ਦੇਖੋ, ਐਂਡ ਕਿਤੇ ਨਾ ਕਿਤੇ ਫਿਲਮ ਤੁਹਾਡੇ ਨਾਲ ਜ਼ਰੂਰ ਕਨੈਕਟ ਕਰੇਗੀ।